ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਜੈ ਦੇ ਪੁਨਰਥਾਨ ਦੇ ਦਿਨ ਵਿੱਚ ਅਸੀਂ ਪ੍ਰਭੂ ਨੂੰ ਮਹਿਮਾ ਦੇਣ ਦੇ ਲਈ ਅਤੇ ਉਸ ਦੀ ਵਡਿਆਈ ਦੇਣ ਦੇ ਲਈ ਪ੍ਰਭੂ ਦੇ ਵਚਨ ਦੇ ਵਿੱਚ ਜਾਵਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਈਏ, ਮੈਂ ਆਪ ਸਭ ਦਾ ਸਵਾਗਤ ਕਰਦਾ ਅੱਜ ਦੇ ਇਸ ਵਚਨ ਦੇ ਮੰਨਣ ਦੇ ਵਿੱਚ। ਅਤੇ ਇਸ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ, ਤੇਰੀ ਕਿਰਪਾ ਦੇ ਲਈ ਧੰਨਵਾਦ ਕਰਦੇ ਹਾਂ, ਜਿਸ ਦੇ ਰਾਹੀਂ ਅੱਜ ਅਸੀਂ ਤੇਰੇ ਜੈ ਅਤੇ ਪੁਨਰਥਾਨ ਦੇ ਦਿਨ ਨੂੰ ਵੇਖ ਸਕੇ, ਔਰ ਜਿਸ ਵਿੱਚ ਅਸੀਂ ਤੇਰੇ ਸਨਮੁਖ ਤੇਰੀ ਕੀਤੀਆਂ ਹੋਈਆਂ ਭਲਾਈਆਂ ਨੂੰ ਤੇਰੇ ਸਨਮੁਖ ਰੱਖ ਸਕੀਏ। ਉਸੇ ਲਈ ਜੋ ਵੀ ਆਪ ਨੇ ਸਾਨੂੰ ਆਪਣੇ ਵਚਨ ਦੇ ਵਿੱਚੋਂ ਪਰਮੇਸ਼ਰ ਪਿਤਾ ਤਿਆਰੀ ਦਿੱਤੀ, ਉਸੇ ਲਈ ਧੰਨਵਾਦ। ਇਸ ਵਚਨ ਦੇ ਰਾਹੀਂ ਪਰਮੇਸ਼ਰ ਪਿਤਾ ਆਪ ਦੇ ਨਾਮ ਨੂੰ ਵਡਿਆਈ ਮਿਲੇ ਔਰ ਆਪ ਹੀ ਦਾ ਨਾਮ ਚਾਹੋ। ਇਹ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਆਰਾਧਨਾ ਦੇ ਸਬਬ ਦੇ ਵਿੱਚ ਵਚਨ ਲਿਆ ਹੈ, ਉਹ ਲਿਆ ਹੈ ਰੋਮੀਆਂ ਦੀ ਪੁਸਤਕ 8 ਅਧਿਆਏ ਉਸ ਦੀ 7 ਤੇ 8 ਆਇਤ ਦੇ ਵਿੱਚ। ਇੱਥੇ ਲਿਖਿਆ ਹੋਇਆ ਹੈ, ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ਵਰ ਨਾਲ ਬੈਰ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਸ਼ਰ੍ਹਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਜਿਹੜੇ ਸਰੀਰਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਹਨ। ਬਾਈਬਲ ਇਸ ਦਾ ਖੁਲਾਸਾ ਜਦੋਂ ਕਰਦੀ ਹੈ ਤਾਂ ਮੈਨੂੰ ਪਰਮੇਸ਼ਵਰ ਦੀ ਆਰਾਧਨਾ ਦਾ ਅਤੇ ਪਰਮੇਸ਼ਵਰ ਦੀ ਭਲਾਈ ਦਾ ਕੀਤਾ ਹੋਇਆ ਵਾਕ ਇਸ ਵਚਨ ਵਿੱਚੋਂ ਨਜ਼ਰ ਆਉਂਦਾ ਹੈ। ਸੱਚਾਈ ਇਹ ਹੈ ਕਿ ਪੌਲਸ ਦੀਆਂ ਪੱਤਰੀਆਂ ਮਨੁੱਖ ਨੂੰ ਜਾਂ ਤਾਂ ਸਰੀਰ ਵਿੱਚ ਜਾਂ ਮਸੀਹ ਯਿਸੂ ਵਿੱਚ ਦੱਸਦੀ ਹਨ। ਦੋ ਗੱਲਾਂ ਇਸ ਵਿੱਚ ਹੈ, ਜਾਂ ਤਾਂ ਸਰੀਰਕ ਵਿੱਚ ਜਾਂ ਮਸੀਹ ਯਿਸੂ ਵਿੱਚ। ਉਹਦੀਆਂ ਪੱਤਰੀਆਂ ਦੇ ਵਿੱਚ ਉਹਦਾ ਖੁਲਾਸਾ ਕੀਤਾ ਜਾਂਦਾ ਹੈ। ਸਰੀਰਕ ਅਵਸਥਾ ਦੇ ਬਾਰੇ ਪੌਲਸ ਦੀ ਰੋਮੀਆਂ ਦੀ ਪੁਸਤਕ ਬੜੇ ਹੀ ਗਹਿਰਾਈ ਦੇ ਨਾਲ ਸਰੀਰ ਦੀ ਅਵਸਥਾ ਦੇ ਬਾਰੇ ਪ੍ਰਗਟ ਕਰਦੀ ਹੈ। ਬਾਈਬਲ ਦੇ ਵਿੱਚ ਜਦੋਂ ਪੌਲਸ ਲਿਖਦਾ ਹੈ ਕਿ ਸਰੀਰਕ ਅਵਸਥਾ ਜਿਹੜੀ ਹੈ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਨਹੋਣਾ ਹੈ। ਮੇਰੇ ਪਿਆਰੇ ਅਜ਼ੀਜ਼, ਇਹ ਗੱਲ ਬੜੀ ਸੱਚ ਹੈ। ਕਾਰਨ ਪਹਿਲਾਂ ਜਦੋਂ ਪਰਮੇਸ਼ਵਰ ਨੇ ਆਦਮ ਬਣਾਇਆ ਸੀ ਤਾਂ ਉਹ ਆਤਮਿਕ ਸੀ, ਪਰ ਜਦੋਂ ਪਾਪ ਦੇ ਵਿੱਚ ਡਿੱਗ ਗਿਆ ਤਾਂ ਉਹ ਆਤਮਿਕ ਨਹੀਂ ਰਿਹਾ, ਉਹ ਸਰੀਰਕ ਰਹਿ ਗਿਆ। ਕਿਉਂਕਿ ਸਰੀਰਕ ਅਵਸਥਾ ਦੇ ਵਿੱਚ ਪਾਪ ਹੈ ਔਰ ਪਾਪ ਦਿਨ ਪ੍ਰਤੀ ਦਿਨ ਮਨੁੱਖਤਾ ਨੂੰ ਮੌਤ ਦੇ ਵੱਲ ਖਿੱਚ ਲੈ ਜਾਂਦਾ। ਪੌਲਸ ਪਰਮੇਸ਼ਰ ਦੀ ਆਰਾਧਨਾ ਦੇ ਸਬਬ ਦੇ ਵਿੱਚ ਇਹ ਗੱਲ ਬੜੀ ਸਾਫ਼ ਰੀਤੀ ਨਾਲ ਸਾਨੂੰ ਦੱਸ ਰਿਹਾ ਹੈ। ਕੀ ਕਹਿ ਰਿਹਾ ਹੈ? ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ਰ ਨਾਲ ਬੈਰ ਹੈ, ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ਰ ਨਾਲ ਬੈਰ ਹੈ, ਕਿਉਂ ਜੋ ਉਹ ਪਰਮੇਸ਼ਰ ਦੀ ਸ਼ਰ੍ਹਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਬੜੀ ਵੱਡੀ ਅਤੇ ਬੜੀ ਡੂੰਘੀ ਅਤੇ ਗਹਿਰਾਈ ਦੀ ਗੱਲ ਇਸ ਜਗ੍ਹਾ ਦੇ ਉੱਤੇ ਲਿਖੀ। ਕੁਦਰਤੀ ਮਨੁੱਖ ਭਾਵੇਂ ਕਿੰਨਾ ਹੀ ਪੜ੍ਹਿਆ ਲਿਖਿਆ ਜਾਂ ਸੁਸ਼ੀਲ ਕਿਉਂ ਨਾ ਹੋਵੇ, ਭਾਵੇਂ ਬਾਹਰੋਂ ਧਾਰਮਿਕ ਅਤੇ ਦਇਆਵਾਨ ਹੋਵੇ, ਉਹ ਫਿਰ ਵੀ ਪਰਮੇਸ਼ਰ ਦੇ ਅੱਗੇ ਆਪਣੀ ਅਵਸਥਾ ਵਜੋਂ ਸਰੀਰਕ ਅਰਥਾਤ ਸਰੀਰਕ ਹੀ ਹੈ, ਸਰੀਰਕ ਹੀ ਹੈ। ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਕਿੰਨਾ ਵੀ ਦਇਆਵਾਨ ਹੋਵੇ, ਪਰ ਲੇਕਿਨ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਸਰੀਰਕ ਅਤੇ ਪਾਪ ਵਿੱਚ। ਬਾਈਬਲ ਸਾਫ਼ ਦੱਸਦੀ ਹੈ, ਇੱਕ ਮਨੁੱਖ ਤੋਂ ਪਾਪ ਜਗਤ ਵਿੱਚ ਆਇਆ ਅਤੇ ਉਸ ਦੇ ਰਾਹੀਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਦੇ ਵਿੱਚ ਫੈਲ ਗਈ ਅਤੇ ਇਸ ਨੇ ਸਭ ਮਨੁੱਖ ਜਾਤੀ ਦੇ ਉੱਤੇ ਰਾਜ ਕੀਤਾ ਅਤੇ ਕਰ ਰਿਹਾ ਹੈ। ਕੋਈ ਸ਼ੱਕ ਨਹੀਂ। ਇਸ ਲਈ ਪੌਲਸ ਦੀ ਗੱਲ ਇਹ ਜਿਹੜੀ ਹੈ ਬੜੀ ਸੱਚ ਹੈ ਔਰ ਬਹੁਤ ਕੁਝ ਇਸ ਦੇ ਵਿੱਚ ਲਿਖਿਆ ਹੋਇਆ ਹੈ। ਔਰ ਇਹ ਦੱਸਦਾ ਹੈ ਉਹ ਪਹਿਲਾ ਆਦਮ ਵਿੱਚ ਹੈ ਤੇ ਪਾਪਾਂ ਵਿੱਚ ਮਰਿਆ ਹੋਇਆ ਹੈ। ਉਹ ਜੈਵੰਤ ਨਹੀਂ ਹੈ, ਕਿਉਂਕਿ ਜੈਵੰਤ ਮਨੁੱਖ ਪਰਮੇਸ਼ਰ ਵੱਲ ਮੁੜਦਾ ਹੈ ਅਤੇ ਸਰੀਰਕ ਮਨੁੱਖ ਸੰਸਾਰ ਅਤੇ ਸੰਸਾਰਿਕਤਾ ਦੀਆਂ ਗੱਲਾਂ ਦੇ ਵਿੱਚ ਮੁੜ ਕੇ ਨਾਸ਼ ਹੋ ਜਾਂਦਾ ਹੈ। ਇਸ ਗੱਲ ਨੂੰ ਪਰਮੇਸ਼ਰ
ਮਨੁੱਖ ਦੀ ਅਵਸਥਾ ਨੂੰ ਪੂਰੀ ਤਰ੍ਹਾਂ ਨਾਲ ਜਾਣਦਾ ਹੈ। ਔਰ ਦੂਸਰਾ, ਇਸੇ ਲਈ ਤਾਂ ਅੰਜੀਲ ਵੀ ਕਿਸੇ ਵੀ ਤਰ੍ਹਾਂ ਮਨੁੱਖਾਂ ਨੂੰ ਸੁਧਾਰਨ ਜਾਂ ਉਹਨਾਂ ਦੀ ਮੁਰੰਮਤ ਕਰਨ ਦਾ ਵਿਚਾਰ ਪ੍ਰਵੇਸ਼ ਮਤਲਬ ਕਿ ਪੇਸ਼ ਨਹੀਂ ਕਰਦੀ। ਮੁਰੰਮਤ ਦਾ ਮਤਲਬ ਠੀਕ ਕਰਨ ਦਾ ਵਿਚਾਰ ਪੇਸ਼ ਨਹੀਂ ਕਰਦੀ ਹੈ, ਬਲਕਿ ਇਸ ਦੇ ਉਲਟ ਇਹ ਛੁਟਕਾਰੇ ਦੀ ਗੱਲ ਕਰਦੀ ਹੈ। ਮੁਰੰਮਤ ਕਰ ਲਈ, ਫਿਰ ਕਿਤੇ ਆਪਣਾ ਜਿੱਦਾਂ ਕਈ ਵਾਰ ਚੈਨ ਉਤਰ ਜਾਂਦੀ ਹੈ, ਉਹਦੀ ਮੁਰੰਮਤ ਕਰਾ ਲਓ, ਸਹੀ ਕਰਾ ਲਓ, ਫਿਰ ਦੁਬਾਰਾ ਆਪਣਾ ਕਿਤੇ ਉਤਰ ਜਾਏ। ਪਰ ਪਰਮੇਸ਼ਵਰ ਨੇ ਇਸ ਦੇ ਵਿਪਰੀਤ ਅੰਜੀਲ ਦੇ ਵਿੱਚ ਛੁਟਕਾਰੇ ਦਾ ਕੰਮ ਕਰਤਾ। ਛੁਟਕਾਰੇ ਦਾ ਕੀ? ਨਵਾਂ ਮਨੁੱਖ ਉਤਪਤ ਕਰ ਦਿੱਤਾ ਮਨੁੱਖਾਂ ਦੇ ਛੁਟਕਾਰੇ ਦੇ ਲਈ। ਉਹ ਹੈ ਪ੍ਰਭੂ ਯਿਸੂ ਮਸੀਹ। ਕਿਉਂਕਿ ਬਾਈਬਲ ਸਾਫ਼ ਰੀਤੀ ਨਾਲ ਦੱਸਦੀ ਹੈ, ਪਾਪ ਦੀ ਮਜ਼ਦੂਰੀ ਮੌਤ, ਪਰਮੇਸ਼ਵਰ ਦਾ ਨਿਆਂ ਹੈ, ਉਹਦਾ ਤਰਾਜੂ ਇਹੀ ਹੈ। ਪਰ ਕਹਿੰਦਾ ਅਗਲਾ ਸ਼ਬਦ ਜਿਹੜਾ ਰੋਮੀਆਂ 6:23 ਦੇ ਵਿੱਚ ਹੈ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਮੁਕਤੀ ਬਖਸ਼ਦਾ, ਭਾਵ ਸਦਾ ਦਾ ਜੀਵਨ ਬਖਸ਼ ਦਿੰਦਾ। ਮਤਲਬ ਇਹ ਹੈ ਪੂਰਾ ਛੁਟਕਾਰਾ ਜੋ ਇਸ ਜਗ੍ਹਾ ਦੇ ਉੱਤੇ ਮੈਂ ਦੂਸਰੀ ਗੱਲ ਦੇ ਵਿੱਚ ਦੇਖਦਾ 8 ਦੇ ਵਿੱਚ। ਅਤੇ ਜਿਹੜੇ ਸਰੀਰਕਾਂ ਨੂੰ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ, ਫਿਰ ਸਰੀਰਕ ਨਹੀਂ, ਫਿਰ ਪ੍ਰਸੰਨ ਕਿਹੜੇ ਕਰ ਸਕਦੇ? ਆਤਮਿਕ। ਔਰ ਆਤਮਿਕ ਬਣਦੇ ਆ ਪ੍ਰਭੂ ਯਿਸੂ ਮਸੀਹ ਦੇ ਵਿੱਚ। ਭਾਵੇਂ ਲੋਕ ਸ੍ਰਿਸ਼ਟ ਅਤੇ ਮਿਲਨਸਾਰ ਦਿਖਾਈ ਦਿੰਦੇ ਹੋ, ਸਾਨੂੰ ਯਕੀਨ ਦਿਵਾਇਆ ਗਿਆ ਹੈ ਕਿ ਸਰੀਰਕ ਮਨਸ਼ਾ ਪਰਮੇਸ਼ਰ ਨਾਲ ਬੈਰ ਹੈ। ਜੋ ਸਰੀਰਕ ਇੱਛਾ ਹੈ ਉਹ ਆਪਣਾ ਪਰਮੇਸ਼ਰ ਨਾਲ ਬੈਰ ਹੈ। ਸਰੀਰਕ ਇੱਛਾ ਮਨੁੱਖ ਦੀ ਕਾਮ ਵਾਸਨਾ ਅਤੇ ਹੋਰ ਆਪਣਾ ਬੁਰੀਆਂ ਗੱਲਾਂ ਦੇ ਨਾਲ ਜੁੜੀਆਂ, ਆਤਮਿਕਤਾ ਦੇ ਨਾਲ ਨਹੀਂ। ਕਿਉਂਕਿ ਬਾਈਬਲ ਦੇ ਵਿੱਚ ਪਰਮੇਸ਼ਰ ਪੁੱਤਰ ਜਦੋਂ ਉਤਪਤੀ ਦੀਆਂ ਪੁਸਤਕਾਂ ਨੂੰ ਆਪਣਾ ਅਸੀਂ ਪੜ੍ਹਦੇ ਹਾਂ 6 ਅਧਿਆਇ ਦੇ ਵਿੱਚ, ਤਾਂ ਉਹ ਕਹਿੰਦਾ ਹੈ ਮਨੁੱਖ ਦੇ ਵਿੱਚ ਨਿਰੰਤਰ ਦਿਨ ਪ੍ਰਤੀ ਦਿਨ ਬੁਰਾ ਹੀ ਪੈਦਾ ਹੁੰਦਾ ਹੈ, ਕੋਈ ਚੰਗੀ ਗੱਲ ਨਹੀਂ ਪੈਦਾ ਹੁੰਦੀ। ਇਹਦਾ ਮਤਲਬ ਚੰਗੀ ਗੱਲ ਚੰਗੇ ਮਨੁੱਖ ਤੋਂ ਪੈਦਾ ਹੋ ਸਕਦੀ ਹੈ। ਔਰ ਚੰਗਾ ਮਨੁੱਖ ਹੈ ਨਹੀਂ ਸੀ, ਸਿੱਧ ਮਨੁੱਖ ਹੈ ਨਹੀਂ ਸੀ, ਪਵਿੱਤਰ ਮਨੁੱਖ ਹੈ ਨਹੀਂ ਸੀ ਜਿਹੜਾ ਛੁਟਕਾਰਾ ਦੇ ਸਕਦਾ ਸੀ, ਜਿਹੜਾ ਉਹਨਾਂ ਨੂੰ ਬਚਾ ਸਕਦਾ ਸੀ, ਜਿਹੜਾ ਉਹਨਾਂ ਦਾ ਫੇਰ ਪਰਮੇਸ਼ਰ ਦੇ ਨਾਲ ਮੇਲ ਕਰਾ ਸਕਦਾ, ਉਸ ਸਮੇਂ ਤੱਕ ਹੈ ਨਹੀਂ ਸੀ। ਪਰ ਅੱਜ ਮੇਰੇ ਅਤੇ ਆਪ ਦੇ ਲਈ ਪਰਮੇਸ਼ਰ ਦੀ ਭਗਤੀ ਦੇ ਵਿੱਚ ਆਦਰ ਅਤੇ ਸਤਿਕਾਰ ਅਤੇ ਪ੍ਰਸੰਨਤਾ ਦੀ ਭੇਟ ਚੜਾਉਣ ਦੇ ਲਈ ਮੇਰੇ ਲਈ ਪਰਮੇਸ਼ਵਰ ਨੇ ਇੱਕ ਛੁਟਕਾਰੇ ਦਾ ਇੰਤਜ਼ਾਮ ਕੀਤਾ ਹੈ। ਮੇਰੇ ਅਤੇ ਆਪ ਦੀ ਬਾਈਬਲ ਸਾਫ਼ ਦੱਸਦੀ ਹੈ, ਇੱਛਾ ਪਰਮੇਸ਼ਵਰ ਦੀ ਵਿਰੋਧਤਾ ਵਿੱਚ ਹੈ। ਇਸ ਤਰ੍ਹਾਂ ਮਨੁੱਖ ਕੁਦਰਤੀ ਤੌਰ ਤੇ ਭਾਵੇਂ ਬੁੱਧਵਾਨ ਅਤੇ ਦਰਿਆ ਦਿਲ ਹੋਵੇ, ਉਹ ਸਿਰਫ ਇੱਕ ਮਾੜਾ ਹੀ ਰੁੱਖ ਹੈ, ਚੰਗਾ ਰੁੱਖ ਨਹੀਂ, ਜਿਹੜਾ ਚੰਗਾ ਫਲ ਨਹੀਂ ਲਿਆ ਸਕਦਾ। ਨਾ ਵਿਵਸਥਾ ਅਤੇ ਖੌਫ, ਨਾ ਹੁਕਮ ਅਤੇ ਸਜ਼ਾਵਾਂ ਅਤੇ ਪਰਮੇਸ਼ਰ ਦੇ ਲਾਇਕ ਨਹੀਂ ਬਣ ਸਕਦਾ ਹੈ ਜਿਹਦੇ ਵਿੱਚ ਇੱਛਾ ਹੈ। ਸਾਡੇ ਵਿੱਚ ਸਰੀਰਕ ਇੱਛਾ ਹੈ ਕਿਉਂਕਿ ਅਸੀਂ ਆਦਮ ਤੋਂ ਪੈਦਾ ਹੋਏ, ਆਦਮ ਵੰਸ਼ੀ, ਅਸੀਂ ਪਰਮੇਸ਼ਰ ਵਿੱਚ ਹਜੇ ਪੈਦਾ ਨਹੀਂ ਹੋਏ। ਪਰਮੇਸ਼ਰ ਵਿੱਚ ਪੈਦਾ ਕਦੋਂ ਹੁੰਦੇ? ਪਰਮੇਸ਼ਰ ਵਿੱਚ ਅਸੀਂ ਕਦੋਂ ਜਨਮ ਲੈਂਦੇ? ਕਦੋਂ ਅਸੀਂ ਪਰਮੇਸ਼ਰ ਦੇ ਨਾਲ ਮਿਲਦੇ? ਕਿਉਂਕਿ ਪਰਮੇਸ਼ਰ ਨੇ ਅੱਜ ਤੋਂ 2021 ਸਾਲ ਪਹਿਲਾਂ ਇਸ ਸਰੀਰਕ ਮਨਸ਼ਾ ਨੂੰ ਮੇਰੇ ਜੀਵਨ ਦੇ ਵਿੱਚੋਂ ਦੂਰ ਕਰਨ ਦੇ ਲਈ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਕਾਲਵਰੀ ਕਰੂਸ ਉੱਤੇ ਦੇਣ ਦੇ ਲਈ ਉਸ ਨੇ ਨਿਸ਼ਚਾ ਕੀਤਾ ਮੇਰੇ ਲਈ। ਇਸ ਲਈ ਮੈਂ ਆਪ ਦੇ ਲਈ ਇੱਕ ਵਚਨ ਪੜ੍ਹ ਰਿਹਾ ਹਾਂ, ਯਹੋਨਾ ਦੀ ਅੰਜੀਲ ਉਸ ਦਾ 11 ਅਧਿਆਇ ਉਸ ਦੀ 50 ਆਇਤ ਦੇ ਵਿੱਚ ਪਰਮੇਸ਼ਰ ਦੇ ਦਾਸ ਯਹੋਨਾ ਦੇ ਰਾਹੀਂ ਉਹ ਵਚਨ ਜਿਹੜਾ ਲਿਖਤਾਂ ਦੇ ਅਨੁਸਾਰ ਸੀ, ਜਿਸ ਦੇ ਅਨੁਸਾਰ ਮੇਰੇ ਜੀਵਨ ਦੇ ਵਿੱਚ ਸਰੀਰਕ ਸੁਭਾਅ ਦਾ ਚੇਂਜ ਹੋਣਾ ਸੀ, ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਸੀ, ਉਸ ਦੇ ਬਾਰੇ ਇਸ ਜਗ੍ਹਾ ਦੇ ਉੱਤੇ ਸਾਫ਼ ਰੀਤੀ ਨਾਲ ਲਿਖਿਆ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 11:50 ਦੇ ਵਿੱਚ, ਅਤੇ ਨਹੀਂ ਸੋਚਦੇ ਭਾਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ਼ ਹੋ।
ਇਹ ਗੱਲ ਉਸ ਸਮੇਂ ਦੇ ਕਾਇਫਾ ਨਾਮੇ ਇੱਕ ਸਰਦਾਰ ਯਾਜਕ ਨੇ ਆਖਿਆ ਸੀ। ਉਹ ਨਹੀਂ ਜਾਣਦਾ ਕਿ ਕੀ ਕੁਝ ਬੋਲ ਰਿਹਾ। ਸਾਡੀ ਸਰੀਰਕ ਮਾਨਸਿਕ ਇੱਛਾ ਨੂੰ ਬਦਲਣ ਦੇ ਲਈ ਇੱਕ ਮਨੁੱਖ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਜਿਸ ਦੇ ਨਿਮਿਤ ਪਹਿਲਾ ਪਤਰਸ 1 ਅਧਿਆਇ ਉਸ ਦੀ 18-19 ਆਇਤ ਦੇ ਵਿੱਚ ਲਿਖਿਆ ਹੈ। ਕੀ ਲਿਖਿਆ ਹੈ ਉਹ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਬਾਈਬਲ ਦੇ ਵਿੱਚ ਮੇਰੇ ਛੁਟਕਾਰੇ ਦੇ ਨਿਮਿਤ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਿਉਂ ਜੋ ਤੁਸੀਂ ਜਾਣਦੇ ਹੋ, ਤੁਸੀਂ ਜੋ ਆਪਣੀ ਅਕਰਥ ਚਾਲ ਜਿਹੜੀ ਤੁਹਾਡੇ ਬਾਪ ਦਾਦਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ, ਸੋ ਨਾਚਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ, ਸਗੋਂ ਮਸੀਹ ਦੇ ਅਮਾਨਕ ਲਹੂ ਨਾਲ ਪਾਇਆ, ਜਿਹੜਾ ਨੇਕ ਕਲੰਕ ਬੇਦਾਗ ਲੇਲੇ ਦੀ ਨਿਆਈ ਸੀ। ਮੇਰੀ ਇਸ ਸਰੀਰਿਕ ਮਨਸ਼ਾ ਨੂੰ ਆਤਮਿਕ ਮਨਸ਼ਾ ਦੇ ਵਿੱਚ ਪਰਮੇਸ਼ਵਰ ਦੀ ਭਗਤੀ ਦੇ ਲਈ ਬਦਲਣ ਦੇ ਲਈ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਦਾ ਸਰਫਾਨਾ ਕੀਤਾ। ਦੇਖੋ ਕਿੰਨੀ ਵੱਡੀ ਗੱਲ ਹੈ। ਇਸ ਲਈ ਮੈਂ ਮੁੱਖ ਦੀ ਗੱਲ ਦੇ ਵਿੱਚ ਆਪ ਦੇ ਨੇੜੇ ਆ ਰਿਹਾ ਹਾਂ, ਜੋ ਰੋਮੀਆਂ ਦੀ ਪੁਸਤਕ ਦੇ ਵਿੱਚ ਨੇ, ਜਿਹੜੇ ਸਰੀਰਕ ਹਨ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਇਹ ਹਾਲਾਤ ਸਾਡੇ ਹੇਠ ਪਰਮੇਸ਼ਵਰ ਦਾ ਪ੍ਰੇਸ਼ਟ ਸੁਭਾਅ ਦੀ ਮੁਰੰਮਤ ਕਰਨਾ ਕਿੰਨੀ ਗਲਤ ਗੱਲ ਹੈ। ਇਹ ਮਨੁੱਖੀ ਲੋਕ ਕਰਦੇ ਆ, ਮੈਂ ਇਸ ਤਰ੍ਹਾਂ ਕਰ ਦੂੰਗਾ, ਮੈਂ ਇਸ ਤਰ੍ਹਾਂ ਕਰ ਦੂੰਗਾ, ਮੈਂ ਇਸ ਤਰ੍ਹਾਂ ਕਰ ਦੂੰਗਾ। ਪਰਮੇਸ਼ਵਰ ਖਰੀਦਿਆ। ਅਸੀਂ ਧੰਨਵਾਦ ਕਰਨਾ ਹੈ ਉਸ ਪਰਮੇਸ਼ਵਰ ਦਾ, ਜਿਹਨੇ ਮੇਰੇ ਅਤੇ ਆਪ ਦੇ ਲਈ, ਮੇਰੀ ਅਤੇ ਆਪ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ, ਮੇਰੇ ਅਤੇ ਆਪ ਦੇ ਜੀਵਨ ਨੂੰ ਪਰਮੇਸ਼ਵਰ ਦੇ ਅੱਗੇ ਭਗਤੀ ਦੇ ਲਈ ਸਿਰਜਣ ਦੇ ਲਈ ਆਪਣੇ ਇਕਲੌਤੇ ਪੁੱਤਰ ਦਾ ਸਰਫਾਨਾ। ਕਿੰਨੀ ਵੱਡੀ ਗੱਲ ਹੈ। ਕਿਰਪਾ ਮਸੀਹ ਵਿੱਚ ਉਸ ਦੇ ਲਹੂ ਦੇ ਦੁਆਰਾ ਛੁਟਕਾਰੇ ਨੂੰ ਲਿਆਉਂਦੀ ਹੈ ਮੇਰੇ ਅਤੇ ਆਪ ਦੇ। ਇਸ ਤਰੀਕੇ ਨਾਲ ਸਾਡੇ ਕੋਲ ਦੋਸ਼, ਸਜ਼ਾ ਤੇ ਪਾਪ ਦੀ ਪ੍ਰਭੁਤਾ ਤੋਂ ਛੁਟਕਾਰਾ ਹੈ, ਬਚਾਓ ਹੈ, ਤੇ ਅਸੀਂ ਪਰਮੇਸ਼ਵਰ ਦੇ ਸਾਹਮਣੇ ਜੀਵਨ ਅਤੇ ਧਾਰਮਿਕਤਾ ਦੀ ਬਿਲਕੁਲ ਨਵੀਂ ਅਵਸਥਾ ਵਿੱਚ ਖਲੋਤੇ ਹੋਏ। ਔਰ ਇਹ ਖਲੋਣ ਦੇ ਲਈ ਪਰਮੇਸ਼ਵਰ ਨੇ ਮੇਰੇ ਲਈ ਇਕਲੌਤੇ ਪੁੱਤਰ ਨੂੰ ਕਲਵਰੀ ਕਰੂਸ ਤੇ ਦਿੱਤਾ, ਜਿੱਥੇ ਮੈਂ ਜਾਣਾ ਸੀ। ਕਿੰਨੀ ਵੱਡੀ ਅਤੇ ਕਿੰਨੀ ਅਨੋਖੀ ਗੱਲ ਪਰਮੇਸ਼ਵਰ ਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਲਈ ਕੀਤੀ, ਜਿਹੜੀ ਮੇਰੇ ਲਈ ਕੀਤੀ ਹੈ ਕਿ ਉਹ ਪਰਮੇਸ਼ਵਰ ਧੰਨਵਾਦ ਅਤੇ ਉਸਤਤ ਅਤੇ ਵਡਿਆਈ ਦੇ ਯੋਗ ਨੇ। ਧੰਨਵਾਦ ਕਰਦੇ ਉਸ ਪਰਮੇਸ਼ਵਰ ਦਾ, ਜਿਹਨੇ ਮੈਨੂੰ ਮਨੁੱਖੀ ਸਰੀਰਿਕ ਅਵਸਥਾ ਤੋਂ ਛੁਟਕਾਰਾ ਦਿੱਤਾ ਅਤੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਤਮਿਕਤਾ ਦੇ ਨਾਲ ਉਸ ਦੀ ਵਡਿਆਈ ਅਤੇ ਉਸਤਤ ਅਤੇ ਧੰਨਵਾਦ ਦੇਣ ਦੇ ਲਈ ਮੈਨੂੰ ਫਿਰ ਤੋਂ ਆਪਣੇ ਪੁੱਤਰ ਵਿੱਚ ਇੱਕ ਨਵਾਂ ਮਨੁੱਖ ਮੈਂ ਉਸ ਦੇ ਲਈ, ਉਸ ਦੇ ਇਸ ਅਹਿਸਾਨ ਦੇ ਲਈ ਉਸ ਦਾ ਧੰਨਵਾਦ ਕਰਦਾ। ਸੱਚਮੁੱਚ ਉਹ ਧੰਨਵਾਦ ਅਤੇ ਵਡਿਆਈ ਅਤੇ ਉਸਤਤ ਦੇ ਯੋਗ ਹੈ। ਕਿਰਪਾ ਸਦਕੇ ਯਿਸੂ ਪਰਮੇਸ਼ਵਰ ਦੇ ਪੁੱਤਰ ਦੇ ਲਹੂ ਦੇ ਦੁਆਰਾ ਦੂਰ ਕੀਤੀ ਜਾ ਚੁੱਕੀ ਪਾਪ ਦੀ ਇਸ ਬੁਰਾਈ ਨੂੰ ਜੋ ਉਸ ਨੇ ਆਪਣੇ ਪੁੱਤਰ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਕੀਤੀ, ਮੈਂ ਉਸ ਦੇ ਲਈ ਉਸ ਦਾ ਧੰਨਵਾਦ, ਸੱਚਮੁੱਚ ਉਸ ਦਾ ਧੰਨਵਾਦ ਬਹੁਤ ਬੜਾ ਹੈ। ਧੰਨਵਾਦ ਕਰਦੇ ਕਰਦੇ ਸਾਡੀ ਜਵਾਨ ਥੱਕ ਜਾਏਗੀ, ਪਰ ਉਹਦਾ ਧੰਨਵਾਦ ਕਦੇ ਖਤਮ ਨਹੀਂ, ਕਿਉਂਕਿ ਉਹ ਵੇ ਆਉਂਦਾ ਹੈ। ਇਸ ਲਈ ਮੈਂ ਉਸ ਪਰਮੇਸ਼ਵਰ ਦਾ ਉਸ ਦੇ ਦਿਨ ਦੇ ਵਿੱਚ ਜੋ ਉਸ ਨੇ ਮੇਰੇ ਉੱਤੇ ਆਪਣੇ ਪੁੱਤਰ ਦੇ ਰਾਹੀਂ ਉਪਕਾਰ ਕੀਤਾ ਹੈ, ਮੈਂ ਉਸ ਦਾ ਧੰਨਵਾਦ ਕਰਦਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਹੀ ਬਰਕਤ ਦੇਵੇ ਅਤੇ ਧੰਨਵਾਦ ਦੇਣ ਦੇ ਲਈ ਆਪ ਦੀ ਸਹਾਇਤਾ ਕਰੇ। ਜੈ ਮਸੀਹ।